प्रो पंजाब टीवी ते तुहाडा स्वागत है। मैं हां गगनदीप सिंह और इस ਵੇਲੇ ਦੀ ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਅੱਜ ਵਿਦੇਸ਼ ਦੇ ਲਈ ਰਵਾਨਾ ਹੋ ਚੁੱਕੇ ਨੇ। ਜੀ ਹਾਂ, ਤੁਹਾਨੂੰ ਦੱਸ ਦਿੰਦੇ ਆ ਕਿ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ 10 ਦਿਨਾਂ ਦੇ ਲਈ ਵਿਦੇਸ਼ ਲਈ ਰਵਾਨਾ ਹੋਏ ਨੇ ਔਰ ਕੱਲ ਹੀ ਉਹਨਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਧਮਕੀ ਦਿੱਤੀ ਗਈ ਸੀ। ਤਾਂ ਕੱਲ ਧਮਕੀ ਹਾਲਾਂਕਿ ਜ਼ਰੂਰ ਮਿਲੀ ਸੀ, ਪਰ ਇਹ ਜੋ ਪਲਾਨ ਸੀ, ਜੋ ਵਿਦੇਸ਼ ਜਾਣ ਦਾ ਪ੍ਰੋਗਰਾਮ ਸੀ, ਇਹ ਪਹਿਲਾਂ ਤੋਂ ਹੀ ਲੀਕਿਆ ਗਿਆ ਸੀ ਔਰ ਅੱਜ ਉਹਨਾਂ ਦੇ ਮਾਤਾ ਪਿਤਾ ਜੋ ਨੇ ਉਹ ਵਿਦੇਸ਼ ਲਈ ਰਵਾਨਾ ਹੋ ਗਏ ਨੇ। ਪਰ ਕੱਲ ਜਿਸ ਤਰੀਕੇ ਨਾਲ ਧਮਕੀ ਇਹ ਪ੍ਰਾਪਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਸਿਕਿਉਰਿਟੀ ਵੀ ਹਾਲਾਂਕਿ ਘਰ ਦੇ ਬਾਹਰ ਉਸੇ ਤਰੀਕੇ ਦੇ ਨਾਲ ਮੌਜੂਦ ਹੈ। ਔਰ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਇਹ ਬਿਆਨ ਨਿਕਲ ਕੇ ਸਾਹਮਣੇ ਆਇਆ। ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਵਿਦੇਸ਼ ਜਾਣ ਤੋਂ ਪਹਿਲਾਂ ਕਿ ਭਾਵੇਂ ਮੈਨੂੰ ਧਮਕੀ ਮਿਲੀ ਹੈ ਪਰ ਮੈਂ ਡਰਨ ਵਾਲਾ ਨਹੀਂ ਆ। ਕਹਿੰਦੇ ਕਿ ਮੇਰਾ ਪੁੱਤ ਬੇਕਸੂਰ ਸੀ ਔਰ ਮੈਂ ਆਪਣੇ ਪੁੱਤ ਦੇ ਇਨਸਾਫ ਦੀ ਲੜਾਈ ਅੱਗੇ ਇਸੇ ਤਰੀਕੇ ਦੇ ਨਾਲ ਲੜਦਾ ਰਵਾਂਗਾ। ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਕੱਲ ਖਾਸ ਤੌਰ ਦੇ ਉੱਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਹੀ ਧਮਕੀ ਦਿੱਤੀ ਗਈ ਸੀ, ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਚੁੱਪ ਰਹਿਣ ਦੇ ਲਈ ਉਹਨਾਂ ਨੇ ਕਿਹਾ ਸੀ। ਨਹੀਂ ਤਾਂ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਚੁੱਪ ਨਹੀਂ ਰਹੋਗੇ ਤਾਂ ਤੁਹਾਡਾ ਸਿੱਧੂ ਮੂਸੇਵਾਲਾ ਵਰਗਾ ਹਾਲ ਕਰ ਦੇਵਾਂਗੇ। ਤਾਂ ਅੱਜ ਉਹਨਾਂ ਦੇ ਮਾਤਾ ਪਿਤਾ ਵਿਦੇਸ਼ ਲਈ ਰਵਾਨਾ ਹੋਏ ਨੇ, ਪਰ ਜਾਂਦੇ ਹੋਏ ਇਹ ਜ਼ਰੂਰ ਕਹਿ ਕੇ ਗਏ ਨੇ ਕਿ ਇਹ ਨਾ ਸਮਝਿਆ ਜਾਵੇ ਕਿ ਮੈਂ ਡਰ ਕੇ ਇੱਥੋਂ ਜਾ ਰਿਹਾ ਜਾਂ ਅਸੀਂ ਡਰ ਦੇ ਕਾਰਨ ਇੱਥੋਂ ਦੀ ਰਵਾਨਾ ਹੋਏ ਹਾਂ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਪਹਿਲਾਂ ਤੋਂ ਹੀ ਲਿਖਿਆ ਹੋਇਆ ਸੀ, ਪਰ ਉਹਨਾਂ ਦੀ ਜੋ ਇਨਸਾਫ ਦੇ ਪ੍ਰਤੀ ਲੜਾਈ ਹੈ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੂਗੀ। ਤਾਂ ਮੂਸੇਵਾਲੇ ਦੇ ਮਾਤਾ ਪਿਤਾ ਵਿਦੇਸ਼ ਲਈ ਰਵਾਨਾ ਹੋਏ ਨੇ ਔਰ ਘਰ ਦੇ ਬਾਹਰ ਵੀ ਸਿਕਿਉਰਿਟੀ ਨੂੰ ਉਸੇ ਤਰੀਕੇ ਨਾਲ ਬਰਕਰਾਰ ਰੱਖਿਆ ਗਿਆ ਹੈ। ਔਰ ਉੱਥੋਂ ਦੇ ਜੋ ਲੋਕ ਨੇ, ਹੁਣ ਇਸ ਵੇਲੇ ਘਰ ਦੇ ਵਿੱਚ ਲੋਕ ਜੋ ਮੌਜੂਦ ਨੇ ਉਹ ਕੀ ਕੁਝ ਕਹਿ ਰਹੇ ਨੇ, ਇੱਕ ਵਾਰ ਤੁਹਾਨੂੰ ਪਹਿਲਾਂ ਉਹ ਵੀ ਸੁਣਾਉਂਦੇ ਆ ਔਰ ਨਾਲ ਤੁਹਾਨੂੰ ਜੋ ਤਸਵੀਰਾਂ ਇਸ ਵੇਲੇ ਹਵੇਲੀ ਦੀ ਦਿਖਾ ਰਹੇ ਆ, ਜਿੱਥੇ ਲੋਕ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਦੇ ਸੀ ਔਰ ਇਹ ਸੁਨੇਹਾ ਉਹਨਾਂ ਤੱਕ ਵੀ ਹੈ ਕਿ ਹੁਣ ਉਹਨਾਂ ਦੇ ਘਰ ਨਾ ਜਾਇਆ ਜਾਵੇ, ਕਿਉਂਕਿ 10 ਦਿਨਾਂ ਦੇ ਲਈ ਮਾਤਾ ਪਿਤਾ ਜੋ ਨੇ ਉਹ ਰਵਾਨਾ ਹੋ ਗਏ ਨੇ। ਹਰ ਐਤਵਾਰ ਦੇ ਐਤਵਾਰ ਉਹਨਾਂ ਦੇ ਵੱਲੋਂ ਸੰਗਤ ਦਰਸ਼ਨ ਕੀਤਾ ਜਾਂਦਾ ਸੀਗਾ। ਜੋ ਲੋਕ ਉਹਨਾਂ ਦੇ ਘਰ ਦੁੱਖ ਸਾਂਝਾ ਕਰਨ ਦੇ ਆਉਂਦੇ ਸੀਗੇ, ਉਹਨਾਂ ਦੇ ਨਾਲ ਦੁੱਖ ਵਟਾਉਣ ਦੇ ਲਈ ਆਉਂਦੇ ਸੀਗੇ, ਤਾਂ ਐਤਵਾਰ ਦੇ ਐਤਵਾਰ ਉਹਨਾਂ ਦੇ ਨਾਲ ਮਿਲਣੀ ਕਰਦੇ ਸੀ, ਉਹਨਾਂ ਨੂੰ ਮਿਲਦੇ ਸੀਗੇ ਔਰ ਜੋ ਉਹਨਾਂ ਦੇ ਮਨ ਦੀਆਂ ਗੱਲਾਂ ਹੁੰਦੀਆਂ ਸੀ ਉਹ ਵੀ ਉਹਨਾਂ ਦੇ ਨਾਲ ਸਾਂਝੀਆਂ ਕਰਦੇ ਸੀ। ਪਰ ਹੁਣ ਇਸ ਵਾਰ ਉਹ ਐਤਵਾਰ ਨੂੰ ਨਹੀਂ ਮਿਲਣਗੇ, ਵਿਦੇਸ਼ ਦੇ ਲਈ ਰਵਾਨਾ ਹੋ ਚੁੱਕੇ ਨੇ। ਪਰ ਜਾਂਦੇ ਹੋਏ ਇਹ ਜ਼ਰੂਰ ਕਹਿ ਕੇ ਗਏ ਨੇ ਕਿ ਮੈਂ ਇਹਨਾਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਆ, ਮੈਂ ਚੁੱਪ ਹੋਣ ਵਾਲਾ ਨਹੀਂ ਆ, ਮੈਂ ਆਪਣੇ ਪੁੱਤ ਦਾ ਇਨਸਾਫ ਜ਼ਰੂਰ ਲੈ ਕੇ ਹਟਾਂਗਾ। ਤਾਂ ਤਸਵੀਰਾਂ ਉਹਨਾਂ ਦੀ ਹਵੇਲੀ ਦੀਆਂ ਨੇ ਔਰ ਹਵੇਲੀ ਦੇ ਵਿੱਚ ਜੋ ਲੋਕ ਮੌਜੂਦ ਨੇ ਉਹ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣਾ ਦਿੰਦੇ ਆ। ਪਾਲੀ ਜੀ, ਕੀ ਕਹੋਗੇ ਜਿਹੜੀਆਂ ਥ੍ਰੈਟ ਕਾਲ ਪਰਿਵਾਰ ਨੂੰ ਆ ਰਹੀਆਂ, ਕੀ ਮੰਗ ਕਰਦੇ ਹੋ ਪਰਿਵਾਰ ਵੱਲੋਂ? ਅਸੀਂ ਮੰਗ ਹੀ ਕਰਦੇ ਹਾਂ ਜੀ, ਇੱਕ ਤਾਂ ਫਾਦਰ ਜੋ ਐਤਵਾਰ ਨੂੰ ਸੰਗਤ ਨੂੰ ਮਿਲਦੇ ਨੇ ਉਹਦੀ ਜੀ ਸਿਕਿਉਰਿਟੀ ਟਾਈਟ ਕੀਤੀ ਜਾਵੇ, ਪ੍ਰੋਪਰ ਚੈਕਿੰਗ ਹੋਵੇ, ਉਹਦੀ ਪ੍ਰੋਪਰ ਸਿਕਿਉਰਿਟੀ ਹੋਰ ਵਧਾਈ ਜਾਵੇ, ਨਾਲ ਲੇਡੀਜ਼ ਕਾਂਸਟੇਬਲ ਆਈਆਂ ਜਾਣ, ਕਿਉਂਕਿ ਬੀਬੀਆਂ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਮਿਲਣ ਆਉਂਦੀਆਂ ਨੇ ਤੇ ਉਹ ਆ ਕੇ ਆਪਦੇ ਹਿਸਾਬ ਨਾਲ ਰੋਣ ਟਾਲ ਵੀ ਕਰਦੀਆਂ ਨੇ। ਤਾਂ ਉਹ ਤਾਂ ਅਸੀਂ ਮੰਗ ਕਰਦੇ ਹਾਂ ਵੀ ਸਿਕਿਉਰਿਟੀ ਜਿੰਨੀ ਟਾਈਟ ਹੋ ਜਾਵੇ ਤੇ ਪਰਿਵਾਰ ਦਾ ਬਚਤ ਹੋ ਸਕੇ। ਕਿੱਥੇ ਕੁਤਾਹੀ ਲੱਗਦੀ ਹੈ? ਇਹ ਲੱਗਦੀ ਹੈ ਵੀ ਜਦੋਂ ਫਾਦਰ ਜੀ ਇੱਥੋਂ ਨਿਕਲਦੇ ਨੇ ਤਾਂ ਉਹਨਾਂ ਨੂੰ ਪਾਇਲਟ ਗੱਡੀ, ਚੰਗੇ ਵੈਪਨ ਦਿੱਤੇ ਜਾਣ, ਕਮਾਂਡੋ ਦਿੱਤੀ ਜਾਵੇ, ਤਾਂ ਕਿ ਉਹ ਜਿਹੜੀ ਰਸਤੇ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ, ਤਾਂ ਕਿ ਪਰਿਵਾਰ ਦੀ ਸੇਫਟੀ ਹੋ ਸਕੇ। ਕਿੱਥੇ ਕਮੀ ਕਿੱਥੇ ਲੱਗਦੀ ਹੈ? ਹੁਣ ਮੁਲਾਜ਼ਮ ਕਿੰਨੇ ਕੀ ਕਮੀ? 15-16 ਹੈਗੇ ਮੁਲਾਜ਼ਮ, ਪਰ ਸਾਨੂੰ ਲੱਗ ਰਿਹਾ ਵੀ ਹਜੇ ਉਹ ਪ੍ਰੋਪਰ ਉਹਨਾਂ ਦੀ ਉਨੀ ਡਿਊਟੀ ਟਾਈਟ ਨਹੀਂ ਹੈਗੀ ਜਿੰਨੀ ਚਾਹੀਦੀ ਹੈ। ਕਿੱਥੇ ਲੱਗਦਾ ਕਿਤੇ ਬਾਹਰ ਜਾਂਦੇ ਹੋ ਜਦੋਂ ਕੀ ਦਿੱਕਤਾਂ ਆਉਂਦੀਆਂ ਨੇ? ਉਦੋਂ ਦਿੱਕਤਾਂ ਪਾਇਲਟ ਗੱਡੀ ਦੀ ਬਹੁਤ ਵੱਡੀ ਦਿੱਕਤ ਹੈ ਜੀ। ਰਸਤੇ ਵਗੈਰਾ ਦੇਖੋ, ਜੇ ਪਾਇਲਟ ਲੱਗੀ ਹੋਵੇ ਤਾਂ ਰਸਤਾ ਵਗੈਰਾ ਖੁੱਲ੍ਹ ਜਾਂਦਾ ਜੀ, ਤਾਂ ਉਹਨਾਂ ਦਾ ਜਿਹੜਾ ਸਿਸਟਮ ਹੁੰਦਾ ਉਹਨਾਂ ਦਾ ਹੋਰ ਹੁੰਦਾ ਜੀ, ਇਹ ਜਿਹੜੇ ਆਪਣੀ ਪੰਜਾਬ ਪੁਲਿਸ ਉਹਨਾਂ ਦਾ ਹੋਰ ਹੈ। ਤੇ ਅਸੀਂ ਪ੍ਰੋਪਰ ਚਾਹੁੰਦੇ ਹਾਂ ਵੀ ਪ੍ਰੋਪਰ ਹੀ ਕਮਾਂਡੋ ਦਿੱਤੀ ਜਾਵੇ, ਚੰਗੇ ਵੈਪਨ ਦਿੱਤੇ ਜਾਣ। ਤੇ ਨਾਲ ਮੈਂ ਇੱਕ ਗੱਲ ਹੋਰ ਬੇਨਤੀ ਕਰੂੰਗਾ, ਜਿੰਨੇ ਵੀ ਇਸ ਕੇਸ ਦੇ ਵਿੱਚ ਗਵਾਹ ਨੇ ਸਾਡੇ, ਉਹਨਾਂ ਨੂੰ ਅਸਲੇ ਲਾਇਸੈਂਸ ਬਣਵਾ ਕੇ ਉਹਨਾਂ ਨੂੰ ਅਸਲੇ ਦਿੱਤੇ ਜਾਣ। ਤੇ ਹੋ ਸਕਦਾ ਚਲੋ ਗਨਮੈਨ ਦੂਜੇ ਦੋ ਗਵਾਹ ਨੂੰ ਮਿਲ ਵੀ ਗਏ ਨੇ, ਤਾਂ ਜਿੰਨੇ ਕੁ ਬਾਕੀ ਗਵਾਹ ਨੇ, ਕਿਉਂਕਿ ਗਵਾਹਾਂ ਤੇ ਹੁਣ ਗੱਲ ਖੜੀ ਹੈ ਸਾਰੀ, ਤੇ ਗਵਾਹਾਂ ਨੂੰ ਬੜੇ ਉਹਨਾਂ ਟਾਰਗੇਟ ਆ ਵੀ ਗਵਾਹ ਨੂੰ ਮਾਰ ਦਿੱਤਾ ਜਾਵੇ। ਤਾਂ ਮੈਂ ਬੇਨਤੀ ਕਰੂੰਗਾ ਉਹਨਾਂ ਨੂੰ ਅਸਲਿਆਂ ਦੀ ਲਾਇਸੈਂਸ। ਲੋਕ ਮੌਜੂਦ ਨੇ ਉਹੀ ਗੱਲ ਕਹਿ ਰਹੇ ਨੇ ਕਿ ਖਾਸ ਤੌਰ ਦੇ ਉੱਤੇ ਸਿਕਿਉਰਿਟੀ ਦਾ ਧਿਆਨ ਦਿੱਤਾ ਜਾਵੇ, ਸਿਕਿਉਰਿਟੀ ਨੂੰ ਹੋਰ ਵਧਾਇਆ ਜਾਵੇ ਔਰ ਨਾਲ ਹੀ ਜੋ ਗਵਾਹ ਨੇ ਉਹਨਾਂ ਦੀ ਵੀ ਸਿਕਿਉਰਿਟੀ ਦਾ ਪੰਜਾਬ ਸਰਕਾਰ, ਪੰਜਾਬ ਪੁਲਿਸ ਖਾਸ ਤੌਰ ਦੇ ਉੱਤੇ ਧਿਆਨ ਰੱਖੇ। ਤਾਂ ਵੱਡੀ ਅਪਡੇਟ ਦੇ ਰਹੇ ਹਾਂ ਕਿ ਮੂਸੇਵਾਲਾ ਦੇ ਮਾਤਾ ਪਿਤਾ ਵਿਦੇਸ਼ ਦੇ ਲਈ ਰਵਾਨਾ ਹੋ ਚੁੱਕੇ ਨੇ। ਅੱਜ ਸਵੇਰੇ ਹੀ ਉਹ ਵਿਦੇਸ਼ ਲਈ ਰਵਾਨਾ ਹੋਏ ਨੇ, 10 ਦਿਨਾਂ ਦੇ ਲਈ ਵਿਦੇਸ਼ ਗਏ ਨੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ। ਤਾਂ ਧਮਕੀ ਤੋਂ ਬਾਅਦ ਮੂਸੇਵਾਲੇ ਦੇ ਪਿਤਾ ਦਾ ਪਹਿਲਾ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਮੇਰਾ ਪੁੱਤ ਬੇਕਸੂਰ ਸੀ, ਮੇਰੇ ਬੇਕਸੂਰ ਪੁੱਤ ਨੂੰ ਮਾਰਿਆ ਗਿਆ, ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਆ ਤੇ ਚੁੱਪ ਕਰਕੇ ਬੈਠਣ ਵਾਲਾ ਨਹੀਂ ਆ, ਮੈਂ ਆਪਣੇ ਪੁੱਤ ਨੂੰ ਇਨਸਾਫ ਦਿਵਾ ਕੇ ਹੀ ਰਹਾਂਗਾ।
ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਇਹ ਕਹਿਣਾ ਹੈ ਔਰ ਕਿਹਾ ਹੈ ਕਿ ਧਮਕੀ ਮਿਲੀ ਹੈ ਪਰ ਲੜਾਈ ਜਾਰੀ ਰੱਖਾਂਗਾ ਔਰ ਇਹ ਲੜਾਈ ਇਸੇ ਤਰੀਕੇ ਨਾਲ ਜਾਰੀ ਰਹੂਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੱਲ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਇੱਕ ਈਮੇਲ ਕੀਤੀ ਗਈ ਹੈ। 2 ਈਮੇਲ ਹਾਲਾਂਕਿ ਕੀਤੀਆਂ ਗਈਆਂ ਨੇ। ਇੱਕ ਈਮੇਲ ਦੁਪਹਿਰ ਦੇ ਵਕਤ ਕੀਤੀ ਜਾਂਦੀ ਹੈ ਔਰ ਇੱਕ ਈਮੇਲ ਸ਼ਾਮ ਦੇ ਵਕਤ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਲਾਰੈਂਸ ਬਿਸ਼ਨੋਈ ਔਰ ਜੱਗੂ ਭਗਵਾਨਪੁਰੀਆ ਦੇ ਬਾਰੇ ਇਸ ਤਰੀਕੇ ਦੇ ਨਾਲ ਲਗਾਤਾਰ ਬਿਆਨਬਾਜ਼ੀਆਂ ਨਾ ਦਿਓ। ਔਰ ਉਹਨਾਂ ਦਾ ਕਹਿਣਾ ਸੀ ਕਿ ਤੁਹਾਡੀ ਬਿਆਨਬਾਜ਼ੀਆਂ ਕਾਰਨ ਹੀ ਜੋ 2 ਸ਼ਾਰਪ ਸ਼ੂਟਰਾਂ ਦੇ ਐਨਕਾਊਂਟਰ ਹੋਏ ਨੇ ਉਸ ਦੇ ਵਿੱਚ ਕਹਿੰਦੇ ਤੁਹਾਡਾ ਹੱਥ ਹੈ, ਕਿਉਂਕਿ ਤੁਹਾਡੇ ਪ੍ਰੈਸ਼ਰ ਦੇ ਚਲਦਿਆਂ ਹੋਇਆਂ ਸਾਡੇ 2 ਕਹਿੰਦੇ ਜੋ ਭਰਾ ਨੇ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਤੇ ਕਹਿੰਦੇ ਉਹਨਾਂ ਦਾ ਫੇਕ ਐਨਕਾਊਂਟਰ ਹੋਇਆ ਤਾਂ ਉਸ ਦਾ ਵੀ ਜੋ ਜ਼ਿੰਮੇਵਾਰ ਹੈ ਉਹ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਠਹਿਰਾਇਆ ਜਾ ਰਿਹਾ ਇਹਨਾਂ ਗੈਂਗਸਟਰ ਗਰੁੱਪ ਦੇ ਵੱਲੋਂ। ਤਾਂ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਹੁਣ ਚੁੱਪ ਕਰ ਜਾਓ, ਤੁਸੀਂ ਬਾਰ-ਬਾਰ ਸਿਕਿਉਰਿਟੀ ਦਾ ਜੋ ਲਾਰੈਂਸ ਬਿਸ਼ਨੋਈ ਔਰ ਜੱਗੂ ਭਗਵਾਨਪੁਰੀਆ ਨੂੰ ਸਿਕਿਉਰਿਟੀ ਦੇ ਵਿੱਚ ਹਰ ਵਾਰ ਪੇਸ਼ੀ ਉੱਤੇ ਲੈ ਕੇ ਆਇਆ ਜਾਂਦਾ ਉਸ ਦੇ ਉੱਤੇ ਸਵਾਲ ਨਾ ਖੜੇ ਕਰੋ। ਹਾਲਾਂਕਿ ਇੰਟੈਲੀਜੈਂਸ ਰਿਪੋਰਟ ਵੀ ਹੈ ਕਿ ਕਿਸੇ ਵੇਲੇ ਵੀ ਇਹ ਗੈਂਗ ਵਾਰ ਆਪਸ ਦੇ ਵਿੱਚ ਹੋ ਸਕਦੀ ਹੈ। ਤਾਂ ਉਸ ਦੇ ਚਲਦੇ ਹੋਏ ਸਿੱਧੂ ਮੂਸੇਵਾਲੇ ਦੇ ਪਿਤਾ ਬਾਰ-ਬਾਰ ਇਹੀ ਗੱਲ ਕਹਿੰਦੇ ਨੇ ਕਿ ਜਿਨ੍ਹਾਂ ਨੇ ਮੇਰੇ ਪੁੱਤ ਨੂੰ ਮਾਰਿਆ, ਜਿਨ੍ਹਾਂ ਨੇ ਮੇਰੇ ਪੁੱਤ ਦਾ ਕਤਲ ਕੀਤਾ ਉਹਨਾਂ ਨੂੰ ਕਿਉਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਹੈ, ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਣ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ। ਤਾਂ ਹੁਣ ਉਸੇ ਦੇ ਉੱਤੇ ਹੀ ਇਹ ਲਾਰੈਂਸ ਬਿਸ਼ਨੋਈ ਗੈਂਗ ਔਰ ਖਾਸ ਤੌਰ ਦੇ ਉੱਤੇ ਈਮੇਲ ਦੇ ਰਾਹੀਂ ਥ੍ਰੈਟ ਕਰਕੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਵੀ ਇੱਕ ਵਾਰ ਇੱਕ ਫੈਨ ਦੇ ਪੇਜ ਦੇ ਉੱਤੇ, ਇੰਸਟਾਗ੍ਰam ਪੇਜ ਦੇ ਉੱਤੇ ਥ੍ਰੈਟ ਆਉਂਦਾ। ਇਹ ਦੂਸਰੀ ਵਾਰ ਹੁਣ ਹੋਇਆ ਕਿ ਉਹਨਾਂ ਦੇ ਪਿਤਾ ਨੂੰ ਸਿੱਧੇ ਤੌਰ ਦੇ ਉੱਤੇ ਜੋ ਉਹਨਾਂ ਦੀ ਆਫੀਸ਼ੀਅਲ ਈਮੇਲ ਆਈਡੀ ਹੈ info@siddhumoosewala.net ਉਸ ਦੇ ਉੱਤੇ ਈਮੇਲ ਜੋ ਹੈ ਭੇਜੀ ਗਈ ਹੈ। ਤਾਂ ਉਸ ਦੇ ਉੱਤੇ ਉਹਨਾਂ ਦੇ ਵੱਲੋਂ ਜੋ ਹੈ ਇਹ ਧਮਕੀ ਦਿੱਤੀ ਗਈ ਹੈ ਤੇ ਹੁਣ ਉਹਨਾਂ ਦੇ ਪਿਤਾ ਵਿਦੇਸ਼ ਲਈ ਰਵਾਨਾ ਹੋ ਗਏ ਨੇ। ਪਰ ਜਾਂਦੇ ਹੋਏ ਇਹ ਜ਼ਰੂਰ ਕਹਿ ਕੇ ਗਏ ਨੇ ਕਿ ਇਹ ਲੜਾਈ ਇਸੇ ਤਰੀਕੇ ਨਾਲ ਜਾਰੀ ਰਹੂਗੀ। ਇਹ ਨਾ ਸਮਝਣ ਗੈਂਗਸਟਰ, ਇਹ ਨਾ ਸਮਝਣ ਕਾਤਲ ਕਿ ਮੈਂ ਡਰ ਗਿਆ, ਇਨਸਾਫ ਦੇ ਲਈ ਮੈਂ ਲੜਦਾ ਰਵਾਂਗਾ ਔਰ ਇਨਸਾਫ ਦੀ ਲੜਾਈ ਇਸੇ ਤਰੀਕੇ ਨਾਲ ਜਾਰੀ ਰਹੇਗੀ।